परम सत्कारयोग सतगुरां दी साजी और नवाजी हुई साध संगत जीओ, आप माई भाई काफ़ी समय तो चबरा तख्तां दे मालक गुरता गद्दी ते विराजमान प्रतक्ष सतगुरु सारे संसार दे सांझे रहबर धन धन साहिब श्री गुरु ग्रंथ साहिब महाराज जियां दे चरनां दे विच बैठ करके रबी गुरबाणी दे जाप सरवण करदे आ रहे सी। आओ रल मिल के सारे ही गुरु चरनां दियां हाजरियां भर के अपने समय और सवासां नूं सफले बनाउण दा यतन करिए। देसां विदेसां दे विच अमेरिका कनेडा दे विच जो संगतां लाइव वेख रहीआं ने, सो सारिआं दा बहुत बहुत धन्नवाद। आओ आपां सारे रल मिल के गुरु चरनां दियां हाजरियां भर के समय और सवासां नूं सफले बनाउण दा यतन करिए। सतगुरु महाराज जी कहंदे जिहड़ी याद साईं दी विच गुजरे पैंदी है मुजरे, नहीं ते सानू हासिल की आ। महाराज जी कहंदे वो समा लेखे दे विच पैंदा जिहड़ा परमेश्वर दी याद दे विच गुजरदा है। बाकी जितने भी काम कार असीं करदे आ, पंचम पातशाह गुरु अर्जन देव महाराज जी कहंदे भई प्रापत मानुख देहुरिया, गोबिंद मिलन की एहो तेरी वरिया। अवर काज तेरे किते ना काम, मिल साध संगत भज केवल नाम। पंचम पातशाह गुरु अर्जन देव महाराज जी फरमान करते हैं, महाराज जी कहते बड़े लंबे समय बाद ये मनुखा जन्म प्राप्त होया। किन्ना क लम्मा समा, एक घट 84 लाख जून। ये सारियां जूना भोग के असी संसार दे उत्ते आया। कदे कीड़ी बने, कदे हाथी बने, कदे घोड़े बने, कदे पशु बने, कदे पंखी बने, कदे सप बने, कदे केड़ी जून दे विच, कदे केड़ी जून दे विच। 84 लाख जून भोग के इस संसार दे उत्ते आया। महाराज जी कहंदे भई प्रापत मानुख देहुरिया, बड़ी दुर्लभ मनुख जन्म प्राप्त होया। महाराज जी कहंदे गोबिंद मिलन की एहो तेरी वरिया।
सतगुरु महाराज जी कहते भाई ये तेरी वारी आ ਉਹ ਪਰਮੇਸ਼ਰ ਨੂੰ ਮਿਲਣ ਦੀ, ਉਹ ਗੋਬਿੰਦ ਨੂੰ ਮਿਲਣ ਦੀ ਇਹ ਵਾਰੀ ਆ। ਇਸ ਵਾਰੀ ਦੇ ਵਿੱਚ ਤੂੰ ਉਹ ਪਰਮੇਸ਼ਰ ਨੂੰ ਮਿਲ ਸਕਦਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਉਹ ਤੇਰੀ ਵਰੀਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਹੜੇ ਕੰਮ ਕਾਜ ਕਰਦਾ ਫਿਰਦਾ ਇਹ ਤੇਰੇ ਕੰਮ ਨਹੀਂ ਆਣੇ। ਇਹ ਵੀ ਨਾ ਸਮਝ ਲਓ ਵੀ ਕਿਤੇ ਮਹਾਰਾਜ ਜੀ ਕਹਿੰਦੇ ਨੇ ਵੀ ਕੰਮ ਨਹੀਂ ਕਰਨੇ। ਕੰਮ ਕਰਨੇ ਨੇ, ਧੀਆਂ ਪੁੱਤਰ ਪਾਲਣੇ ਨੇ, ਜ਼ਮੀਨਾਂ ਜਾਇਦਾਦਾਂ ਬਣਾਉਣੀਆਂ ਨੇ, ਕੋਠੀਆਂ ਮਹਿਲ ਮਾੜੀਆਂ ਬਣਾਉਣੀਆਂ ਨੇ। ਇਹਨੂੰ ਨਹੀਂ ਮਨਾ ਕੀਤਾ ਮਹਾਰਾਜ ਜੀਆਂ ਨੇ। ਮਹਾਰਾਜ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲ ਕੀ ਉਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਇਹ ਤੇਰੇ ਕਿਤੇ ਵੀ ਕੰਮ ਨਹੀਂ ਹਨ। ਭਾਵ ਕਿ ਇਹ ਸੰਸਾਰ ਦੇ ਵਿੱਚ ਕੰਮ ਜ਼ਰੂਰ ਆਉਣ ਵਾਲੇ ਨੇ, ਪਰ ਜਦੋਂ ਆ ਸੰਸਾਰ ਤੋਂ ਨਿਰੰਕਾਰ ਵੱਲ ਜਾਏਗਾ ਨਾ, ਉਦੋਂ ਤੇਰੇ ਇਹ ਕੰਮਾਂ ਨੇ ਨਹੀਂ ਪੁੱਛਣਾ ਕਿਸੇ ਨੇ। ਮਹਾਰਾਜ ਜੀ ਕਹਿੰਦੇ ਅੱਗੇ ਜਾਤ ਨਾ ਜ਼ੋਰ ਹੈ, ਨਾ ਅੱਗੇ ਕੋਈ ਜਾਤ ਚੱਲਦੀ ਹੈ, ਨਾ ਕੋਈ ਜ਼ੋਰ ਚੱਲਦਾ। ਇਹ ਕੰਮਾਂ ਨੇ ਇੱਥੇ ਹੀ ਰਹਿ ਜਾਣਾ। ਫਿਰ ਮਹਾਰਾਜ ਨੂੰ ਪੁੱਛ ਲਈਏ, ਸੱਚੇ ਪਾਤਸ਼ਾਹ ਫਿਰ ਸਾਨੂੰ ਕੀ ਕਰਨਾ ਚਾਹੀਦਾ? ਫਿਰ ਸਾਨੂੰ ਕੀ ਕਰਨਾ ਚਾਹੀਦਾ? ਮਹਾਰਾਜ ਜੀ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਹਿੰਦੇ ਸੰਗਤਾਂ ਦੇ ਵਿੱਚ ਬੈਠ ਕੇ, ਸੰਗਤਾਂ ਦੇ ਨਾਲ ਮਿਲ ਕੇ ਕੇਵਲ ਨਾਮ ਜਪਣਾ ਕਰ। ਆਖੋ ਸਤਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤਾਂ ਦੇ ਨਾਲ ਜਦੋਂ ਮਿਲ ਕੇ ਤੂੰ ਨਾਮ ਜਪੇਗਾ ਤੇ ਭਵਜਲ ਤੋਂ ਪਾਰ ਹੋ ਜਾਏਗਾ। ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਭਜਨ ਕਰਦੇ ਨੇ, ਉਹਨਾਂ ਦੀ ਸਦਾ ਹੀ ਚੜ੍ਹਦੀ ਕਲਾ ਹੁੰਦੀ ਆ। ਉਹਨਾਂ ਦੀਆਂ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੁੰਦੀਆਂ ਨੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਦੇ ਆ। ਭਜਨ ਕਰਾਂਗੇ, ਸਿਮਰਨ ਕਰਾਂਗੇ, ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੋ ਜਾਣੀਆਂ ਨੇ। ਦੁੱਖਾਂ ਦਾ ਨਾਸ ਹੋ ਜਾਊਗਾ, ਬਾਣੀ ਭਜਨ ਦਾ ਪ੍ਰਕਾਸ਼ ਹੋ ਜਾਊਗਾ। ਤਾਂ ਗੁਰਮੁਖ ਪਿਆਰਿਓ, ਆਓ ਆਪੋ ਆਪਣੀਆਂ ਸੁਰਤੀਆਂ ਬਿਰਕੇ ਨੂੰ ਕਰਤਾਰਪੁਰ ਦੀ ਧਰਤੀ ਤੇ ਲੈ ਚਲੀਏ। ਕਰਤਾਰਪੁਰ ਕਰਤਾ ਵਸੈ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਤੇ ਵਸਦੇ ਆ। ਖੇਤੀ ਪੱਤੀ ਕਰਦੇ ਆ, ਦੁਨੀਆ ਨੂੰ ਤਾਰਦੇ ਆ। ਚਾਰ ਉਦਾਸੀਆਂ ਕੀਤੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਤੇ ਦੁਨੀਆ ਨੂੰ ਤਾਰਿਆ, ਸੰਸਾਰ ਨੂੰ ਤਾਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਮੂਲ ਮੰਤਰ ਮਿਲਿਆ, ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਗੁਰ ਪ੍ਰਸਾਦ ਤੱਕ ਜਿਹੜਾ ਇਹ ਮੂਲ ਮੰਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਿਆ ਹੈ। ਉਸ ਤੋਂ ਬਾਅਦ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਮੋਹਰ ਲਾਈ ਆ,
ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਨਾਨਕ ਹੋਸੀ ਪੀ ਸੱਚ ਤੱਕ ਇਹ ਪੂਰਾ ਮੂਲ ਮੰਤਰ ਬਣਦਾ। ਕਈ ਕਹਿੰਦੇ ਜੀ ਗੁਰਪ੍ਰਸਾਦ ਤੱਕ ਜਪਣਾ ਚਾਹੀਦਾ। ਨਹੀਂ ਭਾਈ, ਗੁਰਪ੍ਰਸਾਦ ਤੱਕ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਨੂੰ ਜਪਿਆ ਤੇ ਫਿਰ ਅੱਗੇ ਸਾਨੂੰ ਜਪਾਇਆ। ਜਪ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਭੀ ਸੱਚ। ਤਾਂ ਗੁਰਮੁਖ ਪਿਆਰਿਓ, ਅੱਗੇ ਫਿਰ ਵਾਹਿਗੁਰੂ ਦਾ ਗੁਰਮੰਤਰ ਸਾਨੂੰ ਜਪਾਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਬਸਦੇ ਨੇ। ਕੱਲ ਤੁਸੀਂ ਇਤਿਹਾਸ ਸਰਵਣ ਕਰ ਰਹੇ ਸੀ ਮੂਲਾ ਖੱਤਰੀ ਦਾ। ਉਹਨਾਂ ਸਮਿਆਂ ਦੇ ਵਿੱਚ ਇੱਕ ਮੂਲਾ ਕੀਟ ਹੋਇਆ। ਕੱਲ ਮੂਲੇ ਖੱਤਰੀ ਦਾ ਸੁਣਿਆ ਸੀ ਇਤਿਹਾਸ, ਤੇ ਅੱਜ ਮੂਲਾ ਕੀਟ। ਇਹ ਮੂਲਾ ਕੀਟ ਦੀ ਜਿਹੜਾ ਬਹੁਤ ਵੱਡਾ ਸਾਹੂਕਾਰ ਸੀ। ਬਹੁਤ ਵੱਡਾ ਸਾਹੂਕਾਰ, ਬੜੀ ਮਾਇਆ ਧਨ ਦੌਲਤ, ਬਹੁਤ ਵੱਡੀ ਇਹਦੀ ਦੁਕਾਨ ਕੀਤੀ ਹੋਈ ਸੀ। ਇੱਕ ਦੁਕਾਨ ਦਾ ਕੰਮ ਕਰਦਾ, ਬੜੀ ਚੜ੍ਹਤ ਹੈ, ਬੜੀ ਚੜ੍ਹਾਈ ਆ। ਮਹਾਰਾਜ ਜੀ ਕਹਿੰਦੇ ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਹੋ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਉਲਟੀ ਪੈਂਦੀ। ਆਖੋ ਸਤਨਾਮ। ਉਦੋਂ ਪਰਖੇ ਜਾਂਦੇ ਨੇ। ਫਿਰ ਜਦੋਂ ਬਾਜੀ ਉਲਟੀ ਪੈਂਦੀ ਹੈ, ਕੋਈ ਮੁਸੀਬਤ ਆਣ ਕੇ ਖੜੀ ਹੋ ਜਾਂਦੀ ਆ, ਉਦੋਂ ਫਿਰ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਨੇ। ਸੱਪ ਰੱਸੀਆਂ ਦੇ ਬਣ ਬਣ ਡੰਗ ਜਾਂਦੇ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ। ਅੰਮ੍ਰਿਤ ਨੂੰ ਸਮਝ ਕੇ ਜ਼ਹਿਰ ਚੱਟ ਜਾਂਦੇ। ਭਲੇ ਬੁਰੇ ਦੀ ਸਾਰ ਨਾ ਰਹਿੰਦੀ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ। ਹੁਣ ਮੂਲਾ ਖੱਤਰੀ ਦੀ ਬੜੀ ਚੜ੍ਹਤਾ, ਬੜੀ ਚੜ੍ਹਾਈ ਆ। ਮਹਾਰਾਜ ਜੀ ਕਹਿੰਦੇ ਸਤਿਗੁਰੂ ਮਹਾਰਾਜ ਜੀ ਦੱਸਦੇ ਆ, ਕਹਿੰਦੇ ਜਦੋਂ ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਜਦੋਂ ਸੁੱਖ ਹੁੰਦੇ ਨੇ ਫਿਰ ਬੜੇ ਸੰਗੀ ਬਣਦੇ ਨੇ। ਆਖੋ ਸਤਨਾਮ। ਲਵੇ ਹੋ ਕੇ ਬਹਿਣਗੇ, ਕਹਿਣਗੇ ਤੇਰੇ ਬਿਨਾਂ ਨਹੀਂ ਰਹਿ ਸਕਦੇ, ਤੇਰੇ ਤੋਂ ਬਿਨਾਂ ਤਾਂ ਮਰ ਜਾਵਾਂਗੇ। ਜਦੋਂ ਪੈ ਜਾਂਦੀ ਹੈ ਬਿਪਤਾ, ਫੇਰ ਨਹੀਂ ਕੋਈ ਲੱਭਦਾ। ਆਖੋ ਸਤਨਾਮ। ਇਹ ਤਾਂ ਦੁਨੀਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਛੱਡ ਗਏ ਸੀ। ਚਾਂਦਨੀ ਚੌਂਕ 'ਚ ਮੁਨਕਰ ਹੋ ਗਏ ਸੀ, ਮੁਨਕਰ ਹੋ ਗਏ ਸੀ ਵੀ ਅਸੀਂ ਤਾਂ ਸਿੱਖੇ ਨਹੀਂ ਹਾਂ। ਤਾਂ ਗੁਰਮੁਖ ਪਿਆਰਿਓ, ਆਮ ਬੰਦੇ ਦੀ ਤਾਂ ਕਿਹੜੀ ਗੱਲ ਆ। ਇਹ ਤਾਂ ਆਨੰਦਪੁਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਦਾਵਾ ਲਿਖ ਕੇ ਦੇ ਗਏ ਸੀ। ਆਮ ਬੰਦੇ ਦੀ ਤਾਂ ਕਿਹੜੀ ਗੱਲ ਆ। ਹੁਣ ਮੂਲਾ ਖੱਤਰੀ ਦੀ ਬੜੀ ਚੜ੍ਹਤਾ, ਬੜੀ ਚੜ੍ਹਾਈ ਆ। ਸਾਰੇ ਨੇੜੇ ਹੋ ਕੇ ਬਹਿੰਦੇ ਨੇ, ਪਰ ਉਹ ਜਿਹੜੀ ਚੜ੍ਹਾਈ ਹੁੰਦੀ ਆ, ਉਹ ਉਤਰਾਈ ਕਦੋਂ ਹੋ ਜਾਂਦੀ ਆ? ਜਦੋਂ ਬੰਦਾ ਗਲਤ ਕੰਮਾਂ ਦੇ ਵਿੱਚ ਪੈ ਜਾਏ।
ਇਹ ਜਿਹੜਾ ਮੂਲਾ ਸੀ, ਮੂਲਾ ਕੀਟ, ਇਹ ਗਲਤ ਸੰਗਤ ਦੇ ਵਿੱਚ ਪੈ ਗਿਆ, ਮਾੜੇ ਕੰਮ ਕਰਨ ਲੱਗਿਆ, ਜੂਆ ਖੇਡਣ ਲੱਗ ਗਿਆ, ਇੱਥੋਂ ਤੱਕ ਸ਼ਰਾਬ ਵੀ ਪੀਣ ਲੱਗ ਗਿਆ। ਆਖੋ ਸਤਨਾਮ। ਹੁਣ ਕੰਮ ਕਈ ਇਕੱਠੇ ਕਰ ਬੈਠੇ ਆ, ਮਾੜੇ ਕੰਮ ਕਰਦਾ, ਜੂਆ ਖੇਡਦਾ ਤੇ ਸ਼ਰਾਬ ਪੀਂਦਾ, ਕੰਮ ਕੋਈ ਕਰਦਾ ਨਹੀਂ ਹੈ। ਦਿਨੋਂ ਦਿਨ ਗੁਰਮੁਖ ਪਿਆਰਿਓ ਜਿਹੜਾ ਕੰਮ ਚੜਾਈਆਂ ਤੇ ਸੀ, ਉਹ ਹੁਣ ਦਿਨੋਂ ਦਿਨ ਘਟਦਾ ਗਿਆ। ਜੂਆ ਖੇਡਣ ਦੀ ਆਦਤ ਪੈ ਗਈ, ਸ਼ਰਾਬ ਪੀਣ ਦੀ ਆਦਤ ਪੈ ਗਈ, ਕੁਝ ਸੰਗਤ ਵਿੱਚ ਬੈਠਣ ਦੀ ਆਦਤ ਪੈ ਗਈ। ਮਹਾਰਾਜ ਜੀ ਕਹਿੰਦੇ ਜੈਸੀ ਸੰਗਤ ਮਿਲੇ ਤੈਸਾ ਹੀ ਫਲ ਖਾਏ। ਜਿਹੇ ਜੀ ਬੰਦੇ ਨੂੰ ਸੰਗਤ ਮਿਲ ਜਾਂਦੀ ਆ ਭਾਈ, ਉਹ ਉਹੇ ਜੀ ਬਣ ਜਾਂਦਾ। ਆਖੋ ਸਤਨਾਮ। ਉਹੇ ਜੀ ਬਣ ਜਾਂਦਾ ਹੈ, ਉਹੇ ਜਿਹਾ ਦਾ ਮਨ ਬਣ ਜਾਂਦਾ ਜਿਹੇ ਜੀ ਸੰਗਤ ਮਿਲ ਜਾਏ। ਚੋਰਾਂ ਦੇ ਵਿੱਚ ਬੈਠਣ ਲੱਗ ਗਿਆ ਤਾਂ ਚੋਰ ਬਣ ਜਾਣਾ ਹੈ, ਸ਼ਰਾਬੀਆਂ ਦੇ ਵਿੱਚ ਬੈਠਣ ਲੱਗ ਗਿਆ ਤਾਂ ਸ਼ਰਾਬੀ ਬਣ ਜਾਣਾ ਹੈ, ਜੁਆਰੀਆਂ ਦੇ ਵਿੱਚ ਬੈਠਣ ਲੱਗ ਗਿਆ ਤਾਂ ਜੂਆ ਖੇਡਣ ਲੱਗ ਜਾਣਾ ਹੈ। ਜੇ ਗੁਰਸਿੱਖਾਂ ਦੀ ਸੰਗਤ ਵਿੱਚ ਬੈਠਣ ਲੱਗ ਗਿਆ ਤਾਂ ਗੁਰਸਿੱਖ ਬਣ ਜਾਣਾ ਹੈ। ਆਖੋ ਸਤਨਾਮ। ਹੁਣ ਇਹ ਸ਼ਰਾਬੀਆਂ ਦੇ ਵਿੱਚ, ਜੁਆਰੀਆਂ ਦੇ ਵਿੱਚ ਬੈਠਣਾ ਸ਼ੁਰੂ ਹੋ ਗਿਆ ਮੂਲਾ ਕੀਟ। ਜੂਆ ਖੇਡਣ ਲੱਗ ਗਿਆ, ਸ਼ਰਾਬ ਪੀਣ ਲੱਗ ਗਿਆ। ਜਿੰਨੀ ਧਨ ਦੌਲਤ ਇਹਦੇ ਕੋਲ ਸੀ ਉਹ ਸਾਰੀ ਜੂਏ ਵਿੱਚ ਹਾਰ ਗਿਆ। ਉਹ ਸਾਰੀ ਧਨ ਦੌਲਤ ਮਾਇਆ ਜੂਏ ਦੇ ਵਿੱਚ ਹਾਰ ਗਿਆ। ਹੁਣ ਗੁਰਮੁਖ ਪਿਆਰਿਓ ਗਰੀਬੀ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ। ਹੁਣ ਕਿੱਥੇ ਐਡੀ ਅਮੀਰੀ ਸੀ, ਕਿੱਥੇ ਹੁਣ ਗਰੀਬੀ ਵੱਲੋਂ ਆਉਣਾ ਸ਼ੁਰੂ ਹੋ ਗਿਆ। ਬੰਦਾ ਆਪਣੇ ਆਪ ਹੀ ਕੰਮ ਖਰਾਬ ਕਰਦਾ, ਆਪਣੀ ਜ਼ਿੰਦਗੀ ਬੰਦਾ ਆਪ ਹੀ ਬਰਬਾਦ ਕਰ ਬਹਿੰਦਾ। ਤਾਂ ਗੁਰਮੁਖ ਪਿਆਰਿਓ ਜਿੰਨਾ ਕੁ ਦੁਕਾਨ ਦੇ ਉੱਤੇ ਸਮਾਨ ਵੇਚਦਾ ਉਹ ਮਾਇਆ ਹੁੰਦੀ ਆ, ਜਿਹੜੀ ਉਹ ਮਾਇਆ ਜੂਏ ਦੇ ਵਿੱਚ ਹਾਰ ਜਾਂਦਾ ਹੈ। ਹੁਣ ਕੰਮ ਤਾਂ ਇਸ ਤਰ੍ਹਾਂ ਹੁੰਦਾ ਵੀ ਦੁਕਾਨ ਦੇ ਜਿਹੜਾ ਸਮਾਨ ਵੇਚਣਾ, ਉਹਦੇ ਵਿੱਚੋਂ ਮਾੜੀ ਮੋਟੀ ਬਚਤ ਕੱਢ ਕੇ ਉਹਨਾਂ ਪੈਸੇ ਦਾ ਹੋਰ ਸਮਾਨ ਲੈ ਕੇ ਦੁਕਾਨ 'ਚ ਪਾਉਣਾ ਹੁੰਦਾ। ਪਰ ਹੁਣ ਜਿੰਨਾ ਕੁ ਬਣੀ ਜਾਂਦਾ ਉਹਨਾਂ ਕਿ ਇਹ ਖਾਈ ਪੀ ਜਾਂਦਾ, ਖਰਚੀ ਜਾਂਦਾ, ਜੂਏ ਦੇ ਵਿੱਚ ਹਾਰੀ ਜਾਂਦਾ। ਜਿਹੜੀ ਦੁਕਾਨ ਦੀ ਪੂਰੀ ਚੜ੍ਹਤ ਸੀ, ਲੋਕੀ ਬੜੇ ਆਉਂਦੇ ਸੀ, ਉਹ ਗੁਰਮੁਖ ਪਿਆਰਿਓ ਉਹ ਵੀ ਹੌਲੀ ਹੌਲੀ ਡਾਊਨ ਹੁੰਦੀ ਗਈ। ਇੱਥੋਂ ਤੱਕ ਕਿ ਗਾਹਕ ਕੇ ਬੰਦ ਹੋ ਗਿਆ। ਗਾਹਕ ਤਾਂ ਹੁਣ ਤਾਂ ਆਊ ਜਿਸ ਦੁਕਾਨ ਦੇ ਵਿੱਚ ਸਮਾਨ ਹੋਊਗਾ ਨਾ। ਜੇ ਕੁਝ ਨਾ ਕੁਝ ਦੁਕਾਨ ਦੇ ਵਿੱਚ ਪਿਆ ਹੋਊਗਾ ਤਾਂ ਗਾਹਕ ਆਊਗਾ। ਪਰ ਹੁਣ ਕੀ ਹੋਇਆ, ਦੁਕਾਨ ਖਾਲੀ ਹੋ ਗਈ ਤੇ ਗਾਹਕ ਆਉਣੋਂ ਹਟ ਗਿਆ। ਪਰ ਇਹਨੇ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡੀਆਂ। ਜੂਆ ਖੇਡਣਾ, ਸ਼ਰਾਬ ਪੀਣਾ, ਮਾੜੇ ਕੰਮ ਕਰਨੇ ਇਹ ਨਹੀਂ ਛੱਡੇ। ਇਹ ਭੈੜਾ ਰੋਗ ਆਪਣੇ ਸਰੀਰ ਦੇ ਉੱਤੇ, ਤਨ ਦੇ ਉੱਤੇ ਲਾ ਬੈਠਿਆ। ਇੱਥੋਂ ਤੱਕ ਕਿ ਜਿਹੜੀ ਦੁਕਾਨ ਸੀ ਉਹ ਵੀ ਗਿਰਵੀ ਰੱਖ ਦਿੱਤੀ। ਆਖੋ ਸਤਨਾਮ।
ਉਹ ਵੀ ਗਹਿਣੇ ਰੱਖ ਦਿੱਤੀ, ਪੈਸੇ ਲੈ ਲਏ ਤੇ ਉਹ ਦੁਕਾਨ ਗਹਿਣੇ ਰੱਖ ਦਿੱਤੀ। ਹੁਣ ਜਿਹੜੇ ਉਹ ਪੈਸੇ ਸੀ ਉਹ ਵੀ ਚਲਾ ਗਿਆ, ਉਹ ਵੀ ਖਾ ਪੀ ਗਿਆ, ਖਰਚ ਗਿਆ। ਇੱਥੋਂ ਤੱਕ ਇਤਿਹਾਸ ਦੱਸਦਾ ਕਿ ਮੂਲਾ ਕੀਟ ਜਿਹੜਾ ਉਹਦਾ ਮਹਿਲ ਸੀ ਵੱਡਾ, ਉਹ ਮਹਿਲ ਵੀ ਉਹਨੇ ਗਹਿਣੇ ਰੱਖ ਦਿੱਤਾ। ਤਾਂ ਗੁਰਮੁਖ ਪਿਆਰਿਓ, ਮਹਿਲ ਤੋਂ ਛਪਰੀ ਦੇ ਵਿੱਚ ਆ ਗਏ। ਆਖੋ ਸਤਨਾਮ। ਮਹਿਲ ਤੋਂ ਇੱਕ ਛਪਰੀ ਦੇ ਵਿੱਚ ਰਹਿਣ ਲੱਗ ਗਿਆ। ਜਿਹੜੇ ਉਹ ਪੈਸੇ ਸੀ ਉਹ ਵੀ ਜੂਏ ਦੇ ਵਿੱਚ ਹਾਰਦਾ ਗਿਆ, ਸ਼ਰਾਬ ਪੀਂਦਾ ਗਿਆ, ਮਾੜੇ ਕੰਮ ਕਰਦਾ ਗਿਆ, ਕੰਮ ਕੋਈ ਨਹੀਂ ਕਰਦਾ। ਤੇ ਹੁਣ ਗੁਰਮੁਖ ਪਿਆਰਿਓ, ਇੰਨੀ ਕੁ ਗਰੀਬੀ ਆ ਗਈ ਆ, ਇੱਕ ਸਮੇਂ ਦਾ ਪ੍ਰਸਾਦਾ ਛਕ ਲੈਂਦੇ ਆ ਤੇ ਦੂਸਰੇ ਸਮੇਂ ਦੀ ਵਿਪਤਾ ਪੈ ਜਾਂਦੀ ਵੀ ਹੁਣ ਕਿੱਥੋਂ ਛਕਾਂਗੇ। ਇੱਕ ਸਮੇਂ ਦਾ ਪ੍ਰਸਾਦਾ ਛਕ ਲੈਂਦੇ ਆ ਤੇ ਦੂਸਰੇ ਸਮੇਂ ਦੀ ਵਿਪਤਾ ਪੈ ਜਾਂਦੀ ਵੀ ਹੁਣ ਕਿੱਥੋਂ ਛਕਾਂਗੇ। ਇਹਨਾਂ ਦੇ ਨਾਲ ਗੁਰਸਿੱਖ ਪਰਿਵਾਰ ਰਹਿਆ ਕਰਦਾ ਸੀ। ਉਹ ਗੁਰਸਿੱਖ ਪਰਿਵਾਰ ਗੁਰੂ ਨੂੰ ਮੰਨਣ ਵਾਲਾ। ਹੁਣ ਜਿਹੜਾ ਗੁਰਸਿੱਖ ਹੁੰਦਾ ਉਹ ਭਾਈ ਗੁਰੂ ਨੂੰ ਮੰਨਦਾ ਹੈ, ਗੁਰੂ ਦੀ ਸੇਵਾ ਕਰਦਾ, ਗੁਰੂ ਘਰ ਦੀ ਸੇਵਾ ਕਰਦਾ ਜਿਹੜਾ ਗੁਰਸਿੱਖ ਹੁੰਦਾ। ਤਾਂ ਗੁਰਮੁਖ ਪਿਆਰਿਓ, ਗੁਰਮੁਖ ਨੇ ਗੁਰੂ ਨਾਲ ਜੋੜਨਾ ਹੁੰਦਾ ਹੈ। ਜਿਹੜਾ ਗੁਰਮੁਖ ਹੁੰਦਾ, ਅੰਮ੍ਰਿਤ ਵੇਲਾ ਹੋ ਜਾਂਦਾ, ਉਹ ਕਹੋ ਵੀ ਚਲੋ ਭਾਈ ਗੁਰਦੁਆਰਾ ਸਾਹਿਬ ਚੱਲੀਏ, ਗੁਰੂ ਦੀ ਬਾਣੀ ਸੁਣੀਏ, ਗੁਰ ਇਤਿਹਾਸ ਦੀ ਵਿਚਾਰ ਸੁਣੀਏ। ਜਿਹੜਾ ਮਨਮੁਖ ਹੋ ਗੁਰਮੁਖ ਪਿਆਰਿਓ, ਉਹਨੇ ਮਾੜੇ ਪਾਸੇ ਨੂੰ ਪ੍ਰੇਰਨਾ, ਉਹਨੇ ਠੇਕੇ ਵੱਲ ਨੂੰ ਪ੍ਰੇਰਨਾ ਹੈ ਵੀ ਚਲੋ ਚੱਲੀਏ, ਸ਼ਾਮ ਦਾ ਮੌਕਾ ਜਿਹਾ ਆ ਗਿਆ, ਉਹ ਠੇਕੇ ਵੱਲ ਨੂੰ ਜਾਏਗਾ। ਮਹਾਰਾਜ ਜੀ ਕਹਿੰਦੇ, ਜੈਸੀ ਸੰਗਤ ਮਿਲੈ ਤੈਸਾ ਹੀ ਫਲ ਖਾਏ। ਜਿਹੀ ਜੀ ਸੰਗਤ ਬੰਦੇ ਨੂੰ ਮਿਲ ਜਾਂਦੀ ਹੈ ਨਾ, ਉਹ ਉਹੇ ਜੀ ਬਣ ਜਾਂਦਾ ਹੈ। ਸੰਗਤ ਜਿਸ ਤਰ੍ਹਾਂ ਵੀ ਮਿਲ ਗਈ, ਉਹ ਬੰਦਾ ਉਹੀ ਜੀ ਬਣ ਜਾਂਦਾ। ਹੁਣ ਮੁੱਲੇ ਨੂੰ ਮਾੜੀ ਸੰਗਤ ਮਿਲ ਗਈ, ਮਾੜੇ ਕੰਮਾਂ ਦੇ ਵਿੱਚ ਪੈ ਗਿਆ, ਜ਼ਿੰਦਗੀ ਬਰਬਾਦ ਕਰ ਲਈ। ਆਪਣੀ ਤਾਂ ਕਰਨੀ ਸੀ, ਬਾਲ ਬੱਚੇ ਪਰਿਵਾਰ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰ ਬੈਠਿਆ। ਕਿਉਂਕਿ ਸੰਗਤ ਦੇ ਵਿੱਚ ਬਹੁਤ ਵੱਡੀ ਪਾਵਰ ਹੁੰਦੀ ਆ। ਗੁਰੂ ਨਾਨਕ ਦੇਵ ਮਹਾਰਾਜ ਵੇਲੇ ਦੋ ਬੰਦੇ, ਇੱਕ ਸਤ ਸੰਗੀ ਸੀ, ਸਤ ਸੰਗਤ ਜਾਇਆ ਕਰਦਾ, ਇੱਕ ਮਾੜੇ ਪਾਸੇ ਕੁਸੰਗਤ ਵਿੱਚ ਜਾਇਆ ਕਰਦਾ। ਦੋਵੇਂ ਦੁਕਾਨ ਕਰਦੇ ਆ, ਪਿੱਛੋਂ ਇਕੱਠੇ ਆਉਂਦੇ ਆ ਤੇ ਅੱਗੋਂ ਮਨਮੁਖ ਦਾ ਰਸਤਾ ਕੁਸੰਗਤ ਵੱਲ ਨੂੰ ਚਲੇ ਜਾਂਦਾ ਤੇ ਗੁਰਮੁਖ ਪਿਆਰਿਓ, ਉਹਦਾ ਰਸਤਾ ਸਤ ਸੰਗਤ ਵੱਲ ਚਲਿਆ ਜਾਂਦਾ। ਸਤ ਸੰਗਤ ਕਰਦੇ ਰਹੇ, ਜਾਂਦੇ ਰਹੇ, ਮਨਮੁਖ ਮਾੜੇ ਪਾਸੇ ਜਾਂਦਾ ਰਿਹਾ, ਉਹ ਗੁਰਸਿੱਖ ਸੰਗਤ ਦੇ ਵਿੱਚ ਜਾਂਦਾ ਰਿਹਾ। ਇੱਕ ਦਿਨ ਕੀ ਹੋਇਆ, ਜਿਹੜਾ ਸਤ ਸੰਗੀ ਸੀ ਉਹਦੇ ਪੈਰ ਦੇ ਵਿੱਚ ਕੰਡਾ ਵੱਜਿਆ, ਸੂਲ ਵੱਜੀ। ਸੂਲ ਵੀ ਭਾਰੀ ਵੱਜੀ, ਹੁਣ ਲੰਗ ਮਾਰਦਾ ਆਉਂਦਾ। ਜਿਹੜਾ ਮਨਮੁਖ ਸੀ ਉਹ ਬੈਠਾ
ਡੱਕੇ ਦੇ ਨਾਲ ਧਰਤੀ ਫਰੋਲੀ ਗਏ, ਟੋਆ ਪੱਟ ਲਿਆ। ਤਾਂ ਗੁਰਮੁਖ ਪਿਆਰੇ ਜਦੋਂ ਟੋਆ ਪੱਟਿਆ ਤਾਂ ਉਹਨੂੰ ਇੱਕ ਮੋਹਰ ਲੱਭ ਗਈ। ਮਨਮੁਖ ਨੂੰ ਇੱਕ ਮੋਹਰ ਲੱਭ ਗਈ ਤਾਂ ਬੜਾ ਖੁਸ਼ ਹੁੰਦਾ ਵੀ ਮੈਨੂੰ ਮੋਹਰ ਲੱਭ ਗਈ। ਜਿਹੜਾ ਗੁਰਸਿੱਖ ਸੀ ਉਹ ਲੰਘ ਮਾਰਦਾ ਆ ਰਿਹਾ, ਉਹ ਲੰਘ ਮਾਰਦਾ ਆ ਰਿਹਾ ਤੇ ਉਹ ਬੜਾ ਖੁਸ਼ ਨਜ਼ਰ ਆ ਰਿਹਾ। ਉਹ ਕਹਿੰਦਾ ਵੀ ਕੀ ਹੋ ਗਿਆ ਤੈਨੂੰ ਲੰਘ ਮਾਰਦਾ? ਉਹਨਾਂ ਕਹਿੰਦਾ ਵੀ ਮੇਰੇ ਪੈਰ ਦੇ ਵਿੱਚ ਸੂਲ ਵੱਜੀ ਆ, ਮੇਰੇ ਪੈਰ ਦੇ ਵਿੱਚ ਸੂਲ ਵੱਜੀ ਆ। ਕਹਿੰਦੇ ਤੂੰ ਬੜਾ ਖੁਸ਼ੀ ਨਜ਼ਰ ਆ ਰਿਹਾ, ਤੈਨੂੰ ਕੀ ਹੋ ਗਿਆ? ਕਹਿੰਦਾ ਮੈਨੂੰ ਆ ਦੇਖ ਲੈ ਇੱਕ ਮੋਹਰ ਲੱਭ ਗਈ ਆ। ਤੂੰ ਸਤ ਸੰਗਤ ਵਿੱਚ ਜਾਂਦਾ ਸੀ, ਤੈਨੂੰ ਕੀ ਮਿਲਿਆ? ਤੈਨੂੰ ਮਿਲਿਆ ਆ ਸੂਲ, ਆ ਦੁੱਖ ਮਿਲਿਆ। ਮੈਂ ਮਾੜੇ ਪਾਸੇ ਜਾਂਦਾ ਸੀ, ਮੈਨੂੰ ਦੇਖ ਲਾ ਮੋਹਰ ਮਿਲ ਗਈ ਆ। ਹੁਣ ਮਨ ਦੇ ਵਿੱਚ ਸ਼ੰਕਾ ਹੋ ਗਿਆ ਗੁਰਸਿੱਖ ਦੇ। ਤਾਂ ਗੁਰਮੁਖ ਪਿਆਰੇ ਇੱਕ ਦਿਨ ਦੋਨੇ ਜਣੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਏ। ਕਹਿੰਦੇ ਮਹਾਰਾਜ ਸਾਡੇ ਮਨ ਦੇ ਵਿੱਚ ਇੱਕ ਸ਼ੰਕਾ ਹੈ। ਮਹਾਰਾਜ ਜੀ ਕਹਿੰਦੇ ਭਾਈ ਕਾਹਦਾ ਸ਼ੰਕਾ? ਕਹਿੰਦੇ ਜੀ ਮੈਂ ਸਤ ਸੰਗਤ ਵਿੱਚ ਆਉਂਦਾ ਸਾਂ ਤੁਹਾਡੇ ਕੋਲ ਤੇ ਮੇਰੇ ਸੋਲ ਵੱਜੀ ਆ। ਇਹ ਕੁਸੰਗਤ ਵਿੱਚ ਜਾਂਦਾ ਸੀ, ਇਹਨੂੰ ਇੱਕ ਮੋਹਰ ਲੱਭ ਗਈ ਆ। ਇਹ ਸ਼ੰਕਾ ਸਾਡੇ ਮਨ ਦੇ ਵਿੱਚ। ਮਹਾਰਾਜ ਜੀ ਕਹਿੰਦੇ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਉਹ ਗੁਰੂ ਦੀ ਮਾਂ ਦਾ ਸਿਰ ਮੁੰਡ ਦੇਣਾ ਚਾਹੀਦਾ ਜਿਹੜਾ ਕਿਸੇ ਦਾ ਕੋਈ ਭਰਮ ਨਹੀਂ ਦੂਰ ਕਰ ਸਕਦਾ। ਇਹ ਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ। ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਜਿਹੜਾ ਕੋਈ ਕਿਸੇ ਦਾ ਭਰਮ ਨਹੀਂ ਕੱਢ ਸਕਦਾ ਉਹਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ। ਕਹਿੰਦੇ ਇਹ ਸਜ਼ਾ ਹੁੰਦੀ ਸੀ ਅੱਗੇ। ਤਾਂ ਗੁਰਮੁਖ ਪਿਆਰਿਓ ਜਿਹਨੂੰ ਸਜ਼ਾ ਦਿੱਤੀ ਜਾਂਦੀ ਸੀ ਨਾ ਉਹਦਾ ਸਿਰ ਮੁੰਨਿਆ ਜਾਂਦਾ ਸੀ। ਆਖੋ ਸਤਨਾਮ। ਉਹਦੇ ਵਾਲ ਕੱਟੇ ਜਾਂਦੇ ਸੀ। ਅੱਜ ਤਾਂ ਅਸੀਂ ਉਹੀ ਫੈਸਲੇ ਬਣਾ ਲਿਆ, ਵਾਲ ਕੱਟੀ ਫਿਰਦੇ ਆ। ਨੌਜਵਾਨਾਂ ਦਾ ਜਿਹੜੇ ਕੱਟਣੇ ਆ, ਸਾਡੀਆਂ ਮਾਈਆਂ ਬੀਬੀਆਂ ਵੀ ਨਹੀਂ ਹਟਦੀਆਂ। ਇਹ ਵੀ ਆਪਣੇ ਇੰਨੇ ਸੁੰਦਰ ਸੁੰਦਰ ਵਾਲ ਜਿਹੜੇ ਸਾਨੂੰ ਗੁਰੂ ਨੇ ਦਾਤ ਬਖਸ਼ੀ ਹੈ, ਸਿੱਖੀ ਮੋਹਰ, ਇਹ ਕੇਸ ਗੁਰੂ ਕੀ ਮੋਹਰ ਨੇ। ਤੇ ਇਹ ਗੁਰੂ ਕੀ ਮੋਹਰ ਅਸੀਂ ਅੱਜ ਨਾਲੀਆਂ ਦੇ ਵਿੱਚ ਰੋਲ ਦਿੱਤੀ। ਆਖੋ ਸਤਨਾਮ। ਫਿਰ ਦੱਸੋ ਭਾਈ ਕਿੱਥੇ ਸੁੱਖ ਪਾਵਾਂਗੇ ਜਦੋਂ ਅਸੀਂ ਗੁਰੂ ਕੀ ਮੋਹਰ ਹੀ ਨਾਲੀਆਂ ਦੇ ਵਿੱਚ, ਨਾਈਆਂ ਦੀ ਦੁਕਾਨਾਂ ਤੇ ਰੋਲ ਦਿੱਤੀ ਆ। ਫਿਰ ਇਹ ਦੱਸੋ ਵੀ ਸੁੱਖ ਕਿੱਥੇ ਪਾਓਗੇ? ਮੋਹਰ ਤੋਂ ਬਿਨਾਂ ਤਾਂ ਕਾਗਜ਼ ਵੀ ਬੇਕਾਰ ਆ। ਕੇਸਾਂ ਤੋਂ ਬਿਨਾਂ ਗੁਰਸਿੱਖ ਵੀ, ਕੇਸਾਂ ਤੋਂ ਬਿਨਾਂ ਵੀ ਬੰਦਾ ਬੇਕਾਰ ਹੈ। ਬਨੌਟੂ ਆ, ਜਿਵੇਂ ਨਕਲੀ ਨੋਟ ਹੁੰਦਾ ਨਾ, ਕੋਈ ਨਹੀਂ ਪੁੱਛਦਾ ਉਹਨੂੰ, ਚਾਹੇ ਗੱਥੀ ਲਈ ਫਰੀ ਜਾਓ, ਕੋਈ ਨਹੀਂ ਪੁੱਛਦਾ ਨਕਲੀਆਂ ਨੂੰ। ਜਿੰਨਾ ਚਿਰ ਉਹਦੇ ਉੱਤੇ ਸਟੈਂਪ ਮੋਹਰ ਨਹੀਂ ਲੱਗੀ ਹੁੰਦੀ ਉਨਾ ਚਿਰ ਉਹਦੀ ਕਦਰ ਨਹੀਂ ਪੈਂਦੀ। ਇਹ ਕੇਸ ਨੇ ਜਿਹੜੇ ਗੁਰੂ ਕੀ ਮੋਹਰ ਨੇ, ਇਹਨਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ, ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ। ਘਰਾਂ ਦੇ ਵਿੱਚ ਅਸੀਂ ਕੇਸ ਵਾਹੁੰਦੇ, ਕਈ ਦੇਖਿਆ ਕੇਸ ਵਾਹੁੰਦੇ ਨੇ, ਕੰਘੇ ਚੋਂ ਕੱਢ ਕੇ ਇਕੱਠੇ ਜਿਹੇ ਕਰਕੇ ਵਗਾ ਕੇ ਮਾਰਦੇ ਨੇ, ਝਾੜੂਆਂ ਨਾਲ ਇਕੱਠੇ ਕਰਕੇ ਰੂੜੀਏ ਦੇ ਉੱਤੇ ਜਾਂਦੇ ਆ। ਨਹੀਂ, ਇਹ ਭਾਈ ਕੇਸਾਂ ਦੀ, ਰੋਮਾਂ ਦੀ ਬੇਅਦਬੀ, ਅਸੀਂ ਘਰੇ ਬੈਠੀ ਬੇਅਦਬੀ ਕਰੀ ਜਾਂਦੇ ਸਿੱਖੀ ਦੀ। ਇਹ ਨਹੀਂ ਕਰਨਾ ਚਾਹੀਦਾ। ਕੋਈ ਲਿਫਾਫਾ ਟੰਗ ਲਓ, ਉਹਦੇ ਵਿੱਚ ਪਾ ਲਓ, ਜਾਂ ਕੋਈ ਡੱਬਾ ਟੰਗ ਲਓ, ਉਹਦੇ ਵਿੱਚ ਪਾ ਦਿਆ ਕਰੋ, ਜਾਂ ਇਕੱਠੇ ਹੋ ਜਾਣ
ਸੰਸਕਾਰ ਕਰਕੇ ਤੇ ਉਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਇਆ ਉਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਵੇ। ਇਹ ਸਤਿਕਾਰ ਅੱਜ ਕਿਸ ਗੁਰਮੁਖ ਪਿਆਰਿਓ ਨਾਈਆਂ ਦੀ ਦੁਕਾਨਾਂ ਦੇ ਉੱਤੇ ਰੁਲਦੇ ਫਿਰਦੇ ਆ। ਸਮਝ ਲਓ ਵੀ ਗੁਰੂ ਦੀ ਜਿਹੜੀ ਮੋਹਰ ਆ ਉਹ ਅਸੀਂ ਰੋਲ ਦਿੱਤੀ ਆ। ਤਾਂ ਗੁਰਮੁਖ ਪਿਆਰਿਓ, ਇਹ ਹੁਣ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਜਾ ਕੇ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਸੂਲ ਵੱਜੀ ਆ, ਅਸੀਂ ਸੰਗਤ ਵਿੱਚ ਆਉਂਦੇ ਸੀ, ਇਹਨੂੰ ਮੋਹਰ ਲੱਭੀ ਆ, ਇਹ ਮਨ ਦੇ ਵਿੱਚ ਸ਼ੰਕਾ ਹੈ, ਸਾਡਾ ਇਹ ਸ਼ੰਕਾ ਨਿਵਰਤ ਕਰੋ। ਅੰਤਰਜਾਮੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਪਹਿਲਾਂ ਕਹਿਣ ਲੱਗੇ ਸਤ ਸੰਗੀ ਨੂੰ, ਕਹਿੰਦੇ ਪਹਿਲਾਂ ਤੇਰੇ ਸਵਾਲ ਦਾ ਜਵਾਬ ਤੂੰ ਕਹਿਣਾ ਵੀ ਮੇਰੇ ਪੈਰ ਦੇ ਵਿੱਚ ਸੂਲ ਵੱਜੀ ਆ, ਮੈਂ ਸੰਗਤ ਵਿੱਚ ਆਂਦਾ ਸੀ, ਤੇਰੇ ਮਨ ਦਾ ਸ਼ੰਕਾ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਤੈਨੂੰ ਸੂਲੀ ਤੇ ਚਾੜਿਆ ਜਾਣਾ ਸੀ, ਤੈਨੂੰ ਸੂਲੀ ਤੇ ਚਾੜਿਆ ਜਾਣਾ ਸੀ, ਤੂੰ ਸਤ ਸੰਗਤ ਕਰਦਾ ਰਿਹਾ, ਨਾਮ ਜਪਦਾ ਰਿਹਾ, ਬੰਦਗੀ ਕਰਦਾ ਰਿਹਾ, ਤੇਰੀ ਉਹ ਸੂਲੀ ਤੋਂ ਸੂਲ ਬਣ ਗਈ। ਆਖੋ ਸਤਨਾਮ। ਸੂਲ ਵੱਜ ਕੇ ਸਰ ਗਿਆ ਤੇਰਾ, ਨਹੀਂ ਤਾਂ ਸੂਲੀ ਤੇ ਚੜ੍ਹਨਾ ਸੀ ਜੇ ਨਾ ਸਤ ਸੰਗਤ ਕਰਦਾ। ਮਹਾਰਾਜ ਦੇ ਚਰਨਾਂ ਦੇ ਉੱਤੇ ਡਿੱਗ ਪਿਆ, ਮਹਾਰਾਜ ਮੈਨੂੰ ਮਾਫ ਕਰ ਦਿਓ, ਮੇਰੇ ਮਨ ਦਾ ਸ਼ੰਕਾ ਆਪ ਜੀ ਨੇ ਨਿਵਰਤ ਕੀਤਾ। ਹੁਣ ਮਨਮੁਖ ਸੀ ਜਿਹੜਾ, ਕਹਿੰਦਾ ਮਹਾਰਾਜ ਜੀ ਮੇਰਾ ਸਵਾਲ, ਮੈਨੂੰ ਮੋਹਰ ਲੱਭੀ ਹੈ, ਮੈਂ ਸਤ ਸੰਗਤ ਵਿੱਚ ਨਹੀਂ ਜਾਂਦਾ ਸੀ, ਕੋਈ ਸੰਗਤ ਜਾਂਦਾ ਸੀ। ਮਹਾਰਾਜ ਜੀ ਕਹਿੰਦੇ ਤੇਰਾ ਵੀ ਦੱਸ ਦਿੰਨੇ ਆ। ਕਹਿੰਦੇ ਤੂੰ ਕੁਸੰਗਤ ਕਰਦਾ ਰਿਹਾ, ਮਾੜੇ ਪਾਸੇ ਜਾਂਦਾ ਰਿਹਾ, ਮਾੜੀ ਸੰਗਤ ਕਰਦਾ ਰਿਹਾ, ਤੈਨੂੰ ਇੱਕ ਘੜਾ ਮੋਹਰਾਂ ਦਾ ਮਿਲਣਾ ਸੀ, ਇੱਕ ਘੜਾ ਮੋਹਰਾਂ ਦਾ ਮਿਲਣਾ ਸੀ ਤੈਨੂੰ। ਤੂੰ ਮਾੜੀ ਸੰਗਤ ਦੇ ਵਿੱਚ ਪੈ ਗਿਆ, ਮਾੜੀ ਸੰਗਤ ਕਰਦਾ ਰਿਹਾ ਤੇ ਇੱਕ ਇੱਕ ਕਰਕੇ ਤੇਰੀ ਮੋਹਰ ਘਟਦੀ ਗਈ, ਸਾਰੀਆਂ ਤੇਰੀਆਂ ਮੋਹਰਾਂ ਖਤਮ ਹੋ ਗਈਆਂ, ਆ ਇੱਕ ਮੋਹਰ ਤੈਨੂੰ ਮਿਲੀ ਆ। ਜੇ ਮਾੜੀ ਸੰਗਤ ਨਾ ਕਰਦਾ, ਮਾੜੇ ਪਾਸੇ ਨਾ ਜਾਂਦਾ, ਕੁਸੰਗਤ ਨਾ ਕਰਦਾ, ਤਾਂ ਤੈਨੂੰ ਮੋਹਰਾਂ ਦਾ ਘੜਾ ਮਿਲਣਾ ਸੀ। ਆਖੋ ਸਤਨਾਮ। ਇਸ ਕਰਕੇ ਭਾਈ ਮਹਾਰਾਜ ਜੀ ਕਹਿੰਦੇ ਜੇ ਅਸੀਂ ਮਾੜੀ ਸੰਗਤ ਕਰਾਂਗੇ ਤਾਂ ਸਾਡਾ ਹੀ ਨੁਕਸਾਨ ਹੋਵੇਗਾ। ਹੁਣ ਮੂਲਾ ਕੀਟ, ਆਓ ਆਪੋ ਆਪਣੀਆਂ ਸੁਰਤੀਆਂ ਵਿਰਤੀ ਨੂੰ ਉੱਥੇ ਲੈ ਕੇ ਆਈਏ। ਮੂਲਾ ਕੀਟ ਮਾੜੀ ਸੰਗਤ ਵਿੱਚ ਪੈ ਗਿਆ, ਆਪਣਾ ਸਭ ਕੁਝ ਬਰਬਾਦ ਕਰ ਬੈਠਿਆ। ਘਰ ਵੀ ਗਿਰਵੀ ਰੱਖ ਦਿੱਤਾ, ਮਹਿਲ ਤੋਂ ਛੱਪਰੀ ਦੇ ਵਿੱਚ ਆ ਗਿਆ। ਘਰ ਵਾਲੀ ਬੜਾ ਸਮਝਾਉਂਦੀ ਆ, ਜੀ ਛੱਡ ਦਿਓ ਸ਼ਰਾਬ, ਆ ਛੱਡ ਦਿਓ ਜੂਆ ਖੇਡਣਾ, ਆ ਵੇਖੋ ਆਪਣੇ ਬੱਚਿਆਂ ਦਾ ਕਿੰਨਾ ਬੁਰਾ ਹਾਲ ਹੋ ਗਿਆ। ਇੱਕ ਸਮੇਂ ਦਾ ਪ੍ਰਸਾਦਾ ਛਕ ਲੈਂਦੇ ਆ ਤੇ ਦੂਸਰੇ ਸਮੇਂ ਦੀ ਬਿਪਤਾ ਪੈ ਜਾਂਦੀ ਆ। ਛੱਡ ਦਿਓ। ਘਰ ਵਾਲੀ ਦੀ ਨਹੀਂ ਮੰਨਦਾ, ਘਰ ਵਾਲੀ ਨੂੰ ਵੀ ਕੁੱਟਦਾ ਹੈ, ਬੱਚਿਆਂ ਨੂੰ ਕੁੱਟਦਾ, ਬੁਰਾ ਹਾਲ ਕਰਕੇ ਰੱਖ ਦਿੱਤਾ ਸਾਰੇ ਪਰਿਵਾਰ ਦਾ। ਇਹਨਾਂ ਦੇ ਨਾਲ ਇੱਕ ਗੁਰਸਿੱਖ ਸੀ ਪਰਿਵਾਰ, ਉਹ ਗੁਰਸਿੱਖ ਪਰਿਵਾਰ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਸੀ। ਆਖੋ ਸਤਨਾਮ। ਉਹ ਕਰਤਾਰਪੁਰ ਦੀ ਧਰਤੀ ਤੇ ਜਾਇਆ ਕਰਦਾ ਸੀ। ਉਹ ਗੁਰਸਿੱਖਣੀ ਜਿਹੜੀ ਸੀ ਉਹ ਕਹਿਣ ਲੱਗੀ
ਕਹਿੰਦੀ ਭੈਣੇ ਤੁਹਾਡੇ ਹਾਲਾਤ ਬਹੁਤ ਬੁਰੇ ਹੋ ਗਏ ਆ, ਤੁਸੀਂ ਗੁਰੂ ਦੇ ਨਾਲ ਜੁੜੋ, ਗੁਰੂ ਤੁਹਾਡੇ ਤੇ ਕਿਰਪਾ ਕਰੇਗਾ, ਗੁਰੂ ਮਿਹਰ ਕਰੇਗਾ। ਤੇਰੇ ਘਰ ਵਾਲੇ ਨੂੰ ਕਰਤਾਰਪੁਰ ਦੀ ਧਰਤੀ ਤੇ ਲੈ ਕੇ ਚਲੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਚੱਲੀਏ ਤੇ ਗੁਰੂ ਕਿਰਪਾ ਕਰ ਦੇਗਾ, ਰਹਿਮਤ ਕਰ ਦੇਗਾ। ਚਲੋ ਲੈ ਕੇ ਚੱਲੀਏ ਆਪਾਂ। ਕਹਿੰਦੀ ਭੈਣੇ ਮੈਂ ਦੇਖ ਲੈਂਦੀ ਹਾਂ ਮਨਾ ਕੇ, ਜੇ ਮੰਨੇਗਾ ਤਾਂ, ਜੇ ਜਾਣ ਬਾਰੇ ਮੰਨੇਗਾ ਤਾਂ ਹੀ ਹੋਇਆ ਨਾ, ਮੈਂ ਦੇਖਾਂਗੀ ਮਨਾ ਕੇ ਗੱਲ ਕਰਾਂਗੀ, ਸ਼ਾਮ ਨੂੰ ਆਏਗਾ ਤੇ ਜ਼ਰੂਰ ਕਹਾਂਗੇ। ਤਾਂ ਗੁਰਮੁਖ ਪਿਆਰਿਓ ਜਦੋਂ ਸ਼ਾਮ ਨੂੰ ਆਇਆ ਸ਼ਰਾਬ ਦੇ ਨਾਲ ਰੱਜਿਆ ਹੋਇਆ, ਮੁੱਲੇ ਦੇ ਘਰ ਵਾਲੀ ਕਹਿਣ ਲੱਗੀ, ਕਹਿੰਦੀ ਜੀ ਚਲੋ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਚੱਲੀਏ। ਸ਼ਰਾਬ ਨਾਲ ਰੱਜਿਆ ਕਹਿੰਦਾ ਕਿਹੜਾ ਗੁਰੂ ਨਾਨਕ, ਮੈਂ ਨਹੀਂ ਕਿਸੇ ਨੂੰ ਜਾਣਦਾ, ਮੈਂ ਨਹੀਂ ਕਿਤੇ ਜਾਣਾ। ਸ਼ਰਾਬ ਦੇ ਨਾਲ ਰੱਜਿਆ ਹੋਇਆ, ਬਹਿ ਜਾ ਟਿੱਕੇ, ਕਹਿੰਦਾ ਕਿਤੇ ਨਹੀਂ ਜਾਣਾ। ਤਾਂ ਹੁਣ ਤਰਸਯੋਗ ਹਾਲਤ ਬਣੀ ਹੋਈ ਆ ਪਰਿਵਾਰ ਦੀ। ਦੂਸਰੇ ਦਿਨ ਫਿਰ ਉਹ ਗੁਰਸਿੱਖਣੀ ਨੇ, ਗੁਰਸਿੱਖ ਪਰਿਵਾਰ ਨੇ ਪੁੱਛਿਆ, ਕਹਿੰਦੇ ਵੀ ਪੁੱਛਿਆ ਸੀ, ਮੂਲੇ ਦੇ ਘਰ ਵਾਲੀ ਕਹਿੰਦੀ ਪੁੱਛਿਆ ਸੀ, ਲੇਕਿਨ ਉਹਨੇ ਮੇਰੀ ਇੱਕ ਨਹੀਂ ਸੁਣੀ। ਉਹ ਤਾਂ ਕਹਿੰਦਾ ਕੌਣ ਗੁਰੂ ਨਾਨਕ, ਮੈਂ ਨਹੀਂ ਕਿਸੇ ਗੁਰੂ ਨਾਨਕ ਨੂੰ ਜਾਣਦਾ, ਮੈਂ ਨਹੀਂ ਕਿਤੇ ਜਾਣਾ। ਉਹ ਨਹੀਂ ਮੰਨਿਆ। ਕਹਿੰਦੀ ਦਿਨੇ ਮਨਾਵਾਂਗੀ ਜਦੋਂ ਸ਼ਰਾਬ ਨਾ ਪੀਤੀ ਹੋਵੇ। ਹੁਣ ਉਹ ਸਮਾਂ ਕਦੇ ਆਈ ਨਹੀਂ ਜਿਸ ਦਿਨ ਸ਼ਰਾਬ ਨਾ ਪੀਤੀ ਹੋਵੇ, ਨਸ਼ੇ ਵਿੱਚ ਟੁੰਨ ਰਹਿੰਦਾ ਸੀ। ਇੱਥੋਂ ਤੱਕ ਵੀ ਘਰ ਦੇ ਭਾਂਡੇ ਵੀ ਵੇਚਣੇ ਸ਼ੁਰੂ ਕਰ ਦਿੱਤੇ ਜਿਹੜੇ ਮਾੜੇ ਮੋਟੇ ਛਪਰੀ 'ਚ ਪਏ ਸੀ। ਕਲੇਸ਼ ਰਹਿੰਦਾ ਨਿਤ ਦਾ ਘਰ ਦੇ ਵਿੱਚ। ਇਸ ਸਭ ਤੋਂ ਪਵਾੜਿਆਂ ਦੀ ਜੜ ਸ਼ਰਾਬ ਆ। 57 ਕਰੋੜ ਜਾਦਵ ਸ਼ਰਾਬ ਦੇ ਵਿੱਚ ਹੀ ਸਾਰਾ ਖਤਮ ਹੋ ਗਿਆ। 57 ਕਰੋੜ ਜਾਦਵ ਸ਼ਰਾਬ ਪਿੱਛੇ ਕੁੱਲੇ ਖਤਮ ਹੋ ਗਈ। ਤਾਂ ਗੁਰਮੁਖ ਪਿਆਰਿਓ ਇੱਕ ਦਿਨ ਫਿਰ ਦਿਨੇ ਮੁੱਲੇ ਨੂੰ ਪੁੱਛਣਾ ਕੀਤਾ, ਕਹਿੰਦੀ ਜੀ ਚਲੋ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚੱਲੀਏ। ਆਪਣੇ ਹਾਲਾਤ ਬੜੇ ਮਾੜੇ ਹੋ ਗਏ ਨੇ, ਸਤ ਸੰਗਤ ਕਰਾਂਗੇ ਤੇ ਆਪਣੇ ਦਿਨ ਚੰਗੇ ਆਣਗੇ। ਆਪਣੇ ਨਾਲ ਦੇ ਗਵਾਂਢੀ ਇਹ ਕਰਤਾਰਪੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਤੀ ਤੇ ਜਾਂਦੇ ਆ। ਫਿਰ ਉਹੀ ਗੱਲ ਕਹਿੰਦਾ ਮੈਂ ਨਹੀਂ ਜਾਂਦਾ, ਜਾਂ ਤੂੰ ਹੀ ਚਲੇ ਜਾ। ਫਿਰ ਗੁਰਮੁਖ ਪਿਆਰਿਓ ਮੰਨਿਆ ਨਹੀਂ। ਫਿਰ ਬੀਬੀ ਨੇ ਫਾਰਮੂਲਾ ਵਰਤਿਆ, ਕਹਿੰਦੀ ਚੰਗਾ ਫਿਰ ਜੇ ਤੂੰ ਨਹੀਂ ਜਾਂਦਾ ਨਾ, ਮੈਂ ਤਾਂ ਆਪਣੇ ਪੇਕਿਆਂ ਨੂੰ ਚੱਲੀਆਂ, ਸਾਂਭ ਲਾ ਆਪਣੇ ਬਾਲ ਬੱਚੇ। ਮੈਂ ਆਪਣੇ ਪੇਕਿਆਂ ਨੂੰ ਚੱਲੀਆਂ, ਮੈਂ ਨਹੀਂ ਆਂਦੀ ਮੁੜ ਕੇ। ਮੈਥੋਂ ਨਹੀਂ ਦੁੱਖ ਭੁੱਖ ਕੱਟਿਆ ਜਾਂਦਾ। ਜਦੋਂ ਉਹਨੇ ਦੇਖਿਆ ਵੀ ਜੇ ਚਲੀ ਗਈ, ਕਿਹੜਾ ਜਵਾਕਾਂ ਨੂੰ ਨਵਾਊ ਧਵਾਊਗਾ, ਤਿਆਰ ਕਰੂਗਾ, ਤੇ ਕਿਹੜਾ ਪ੍ਰਸਾਦੇ ਲਾ ਕੇ ਖਵਾਊਗਾ ਇਹਨਾਂ ਨੂੰ, ਕਿਹੜਾ ਝਾੜੂ ਚੰਮਣ ਮਾਰੂ, ਕਿਹੜਾ ਬਰਤਨ ਧੋਊਗਾ। ਵੀ ਜੇ ਚਲੀ ਗਈ ਬੜਾ ਔਖਾ ਹੋ ਜਾਣਾ ਹੈ। ਕਿਉਂਕਿ ਬੰਦਾ ਤਾਂ ਬਾਹਰੋਂ ਹੀ ਕਮਾ ਕੇ ਲਿਆ ਸਕਦਾ, ਬਾਹਰਲੇ ਕੰਮ ਕਰ ਸਕਦਾ, ਪਰ ਜਿਹੜੇ ਘਰ ਦੇ ਕੰਮ ਨੇ ਉਹ ਤਾਂ ਗੁਰਮੁਖ ਪਿਆਰੇ ਬੀਬੀ ਸਵਾਰ ਸਕਦੀਆਂ ਨੇ, ਬੀਬੀ ਕਰ ਸਕਦੀਆਂ ਨੇ। ਬੀਬੀ ਕਿਤੇ ਪੇਕੇ ਚਲੀ ਜਾਏ, ਆਉਂਦੇ ਨੂੰ ਘਰ ਦਾ ਬੁਰਾ ਹਾਲ ਕਰ ਲੈਂਦਾ ਬੰਦਾ। ਆਖੋ ਸਤਨਾਮ। ਕਿਤੇ ਕਾਗਜ਼ ਜੇ ਖਿੰਡੇ ਪਏ ਨੇ,
ਕਿਤੇ ਭਾਂਡੇ ਜੇ ਖਿੰਡੇ ਪਏ ਨੇ, ਝਾੜੂ ਜਾਂ ਮਾਰ ਲਿਆ, ਨਹੀਂ ਮਾਰਿਆ, ਬਸ ਇਹ ਜਿਹੜੇ ਘਰ ਹੁੰਦੇ ਨੇ ਸਾਂਭਣ ਦੇ ਬੀਬੀਆਂ ਹੀ ਸਾਂਭ ਸਕਦੀਆਂ ਨੇ, ਬੰਦੇ ਨਹੀਂ ਸਾਂਭ ਸਕਦੇ। ਰਹੋ ਵਿਚਾਰ। ਮੈਂ ਕਹਿੰਦੀ ਆਪਣੇ ਪੇਕੇ ਚਲੀ ਜਾਵਾਂਗੀ, ਦੇਖ ਲੈ ਜੇ ਤੂੰ ਨਹੀਂ ਜਾਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ, ਜੇ ਨਹੀਂ ਤੂੰ ਮੰਨਦਾ। ਜਦੋਂ ਉਹਨੇ ਦੇਖਿਆ ਵੀ ਜੇ ਚਲੀ ਗਈ ਆ ਕੰਮ ਕਰਨੇ ਪੈਣੇ, ਬੜਾ ਬੁਰਾ ਹਾਲ ਹੋ ਜਾਣਾ, ਕਹਿੰਦਾ ਚੰਗਾ ਚੰਗਾ ਜਾਈ ਨਾ, ਮੈਂ ਤੇਰੇ ਨਾਲ ਚੱਲਾਂਗਾ ਕਰਤਾਰਪੁਰ ਦੀ ਧਰਤੀ ਤੇ, ਤੂੰ ਨਾ ਜਾਈ, ਪੇਕੇ ਨਾ ਜਾਈ। ਤਿਆਰ ਕਰ ਲਿਆ, ਕਹਿੰਦਾ ਚਲਿਆ ਜਾਵਾਂਗਾ ਪਰ ਮੈਂ ਮੱਥਾ ਨਹੀਂ ਟੇਕਣਾ, ਮੈਂ ਗੁਰੂ ਨਾਨਕ ਨੂੰ ਮੱਥਾ ਨਹੀਂ ਟੇਕਣਾ, ਚਲਿਆ ਜਾਵਾਂਗਾ। ਤਾਂ ਗੁਰਮੁਖ ਪਿਆਰਿਓ ਤਿਆਰ ਹੋ ਗਏ ਜਾਣ ਵਾਸਤੇ। ਉਹ ਵੀ ਡਰਦਾ ਮਾਰਾ ਵੀ ਇਹ ਛੱਡ ਕੇ ਚਲੀ ਗਈ ਆ ਬੜਾ ਔਖਾ ਹੋ ਜੂ, ਘਰ ਦੇ ਕੰਮ ਕਾਰ ਸਾਹਮਣੇ ਕਿਵੇਂ ਕਰਾਂਗੇ। ਉਹ ਗੁਰਸਿੱਖਣੀ ਨੂੰ ਕਹਿਣ ਲੱਗੀ, ਕਹਿੰਦੀ ਭੈਣੇ ਮੰਨ ਤਾਂ ਗਿਆ, ਕਰਤਾਰਪੁਰ ਦੀ ਧਰਤੀ ਤੇ ਜਾਣ ਵਾਸਤੇ ਮੰਨ ਤਾਂ ਗਿਆ, ਪਰ ਇੱਕ ਹੋਰ ਪੰਗਾ ਪਾ ਕੇ ਬਹਿ ਗਿਆ ਹੁਣ। ਇਹ ਕਹਿੰਦਾ ਵੀ ਮੈਂ ਮੱਥਾ ਨਹੀਂ ਟੇਕਣਾ ਗੁਰੂ ਨਾਨਕ ਨੂੰ। ਉਹ ਗੁਰਸਿੱਖ ਪਰਿਵਾਰ ਕਹਿੰਦਾ ਇੱਕ ਵਾਰੀ ਕਰਤਾਰਪੁਰ ਦੀ ਧਰਤੀ ਤੇ ਚੱਲੋ ਤਾਂ ਸੀ। ਇਹ ਮੱਥਾ ਟੇਕਣ ਦੀ ਗੱਲ ਕਰਦਾ, ਇਹਦਾ ਸਿਰ ਤਾਂ ਆਪਣੇ ਆਪ ਹੀ ਝੁਕ ਜਾਏਗਾ। ਆਖੋ ਸਤਨਾਮ। ਕਰਤਾਰਪੁਰ ਦੀ ਧਰਤੀ ਤੇ ਗਏ, ਅੱਗੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਤਾਰ ਰਹੇ ਨੇ। ਸੰਗਤਾਂ ਦਰਸ਼ਨ ਕਰਨ ਵਾਲੀਆਂ ਪਹੁੰਚੀਆਂ ਹੋਈਆਂ ਨੇ, ਇਹ ਵੀ ਲਾਈਨ ਦੇ ਵਿੱਚ ਲੱਗ ਗਏ। ਦੇਖੀ ਜਾਂਦਾ ਲੋਕੀ ਮੱਥਾ ਟੇਕਦੇ ਆ, ਇਹ ਵੀ ਕਾਮਲਿਆਂ ਜਾਂ ਵਾਂਗੂ ਵਿੱਚ ਹੀ ਖੜਾ ਹੈ ਮੂਲਾ ਕੀਟ। ਤਾਂ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ, ਕਹਿੰਦੇ ਭਾਈ ਜਿਹੜੇ ਸ਼ਰਾਬਾ ਕਬਾਬਾ ਪੀਣਗੇ, ਜੂਆ ਖੇਡਣਗੇ, ਕਹਿੰਦੇ ਧਰਮ ਰਾਜੇ ਨੇ ਉਹਨਾਂ ਨੂੰ ਕਹਾਣੀ ਦੇ ਵਿੱਚ ਪੀੜਨਾ। ਇਹ ਸੁਣ ਰਿਹਾ, ਗੁਰੂ ਜੀ ਉਪਦੇਸ਼ ਕਰ ਰਹੇ ਆ, ਜਿਹੜੇ ਮਾੜੇ ਕੰਮ ਕਰਨਗੇ, ਜੂਆ ਖੇਡਣਗੇ, ਸ਼ਰਾਬਾ ਪੀਣਗੇ, ਕਹਿੰਦੇ ਉਹਨਾਂ ਨੂੰ ਧਰਮ ਰਾਜਾ ਕਹਾਣੀ ਦੇ ਵਿੱਚ ਪੀੜੇਗਾ। ਤਾਂ ਸਤਿਗੁਰੂ ਦੇ ਬਚਨ ਘਾਇਲ ਕਰਕੇ ਸੁਣ ਗਿਆ। ਬਾਣੀ ਰੂਪੀ ਤੀਰ ਕਿਸੇ ਦੇ ਵੱਜ ਜਾਣ ਨਾ ਤੇ ਜੀਵਨ ਬਦਲ ਕੇ ਰੱਖ ਦਿੰਦੇ ਨੇ। ਆਖੋ ਸਤਨਾਮ। ਤਾਂ ਗੁਰਮੁਖ ਪਿਆਰਿਓ, ਹੁਣ ਜਦੋਂ ਮੂਲਾ ਕੀਟ ਦੀ ਵਾਰੀ ਆਈ, ਜਿਹੜਾ ਕਹਿੰਦਾ ਸੀ ਨਾ ਵੀ ਮੈਂ ਮੱਥਾ ਨਹੀਂ ਟੇਕਾਂਗਾ, ਮੈਂ ਸਿਰ ਨਹੀਂ ਝੁਕਾਵਾਂਗਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਇਆ ਤਾਂ ਗੁਰਮੁਖ ਪਿਆਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖ ਕੇ, ਸਿਰ ਰੱਖ ਕੇ ਭੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ। ਆਖੋ ਸਤਨਾਮ। ਮਹਾਰਾਜ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਆ, ਕਿਰਪਾ ਕਰੋ ਦੀਨ ਕੇ ਦਾਤੇ, मेरा गुण अब गुण ना विचारो कोई, माटी का क्या तोपै स्वामी मानस की गते ही। कृपा करो सतगुरु, मेरे तो बहुत बड़ी भुल हो गई है, मैनू माफ कर दिओ, मैनू बख्श दिओ। महाराज जी कहते भाई परिवार इत्थे रह के सवा महीना सेवा करो, सवा महीना करतारपुर की धरती ते रह के सेवा करो, तुहाडे चंगे दिन आउणगे, भले दिन आउणगे। जिहड़े पहला रंगां दे विच वसदे सी ना, उन्हां रंगां दे विच वसोगे। गुरु नानक देव महाराज जी कहंदे पर संगतां दी सेवा करो, संगतां दे जोड़े झाड़िया करो, झाड़ू की सेवा करया करो, बर्तनां की सेवा करो।
ਕਹਿੰਦੇ ਜੀ ਸਤ ਵਚਨ। ਹੁਣ ਗੁਰਮੁਖ ਪਿਆਰਿਓ ਮੂਲਾ ਕੀਟ ਸੰਗਤਾਂ ਦੀ ਸੇਵਾ ਕਰਦਾ, ਰੋਜ਼ ਜੋੜੇ ਝਾੜਦਾ ਹੈ, ਲੰਗਰ ਦੇ ਵਿੱਚ ਸੰਗਤਾਂ ਦੇ ਝੂਠੇ ਬਰਤਨ ਮਾਂਜਦਾ ਹੈ ਅਤੇ ਨਾਲ ਨਾਲ ਸਤਨਾਮ ਦਾ ਜਾਪ ਕਰਦਾ। ਆਖੋ ਸਤਨਾਮ। ਨਾਲ ਨਾਲ ਸਤਨਾਮ ਦਾ ਜਾਪ ਕਰਦਾ ਹੈ ਤਾਂ ਗੁਰਮੁਖ ਪਿਆਰੇ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ। ਜਿਹੜਾ ਸ਼ਰਾਬ ਦਾ, ਨਸ਼ੇ ਦਾ ਕੋੜ, ਮਾੜੇ ਕੰਮਾਂ ਦਾ ਕੋੜ ਲੱਗਿਆ ਹੋਇਆ ਸੀ, ਉਹ ਜੂੜ ਹੁਣ ਵੱਢਿਆ ਗਿਆ ਤੇ ਸਤਨਾਮ ਦਾ ਜਾਪ ਕਰਦਾ ਤੇ ਨਾਲੇ ਝਾੜੂ ਮਾਰਦਾ ਤੇ ਨਾਲੇ ਬਰਤਨਾਂ ਦੀ ਸੇਵਾ ਕਰਦਾ। ਬਸ ਗੁਰਮੁਖ ਪਿਆਰੇ ਜਿਉਂ-ਜਿਉਂ ਸਮਾਂ ਲੰਘਦਾ ਗਿਆ ਤਿਉਂ-ਤਿਉਂ ਕਿਰਪਾ ਹੁੰਦੀ ਗਈ। ਆਖੋ ਸਤਨਾਮ। ਸਵਾ ਮਹੀਨਾ ਬੀਤ ਗਿਆ। ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਜੀ ਆਪ ਜੀਆਂ ਦੀ ਬਹੁਤ ਕਿਰਪਾ ਹੋਈ, ਆ ਨਸ਼ੇ ਦਾ ਕੋੜ ਵੱਢਿਆ ਗਿਆ, ਮਾੜੀ ਸੰਗਤ ਦਾ ਕੋੜ ਵੱਢਿਆ ਗਿਆ, ਕਿਰਪਾ ਕਰੋ ਹੁਣ ਸਾਨੂੰ ਆਗਿਆ ਦਿਓ, ਅਸੀਂ ਜਾਈਏ ਆਪਣੇ ਘਰ ਨੂੰ। ਮਹਾਰਾਜ ਜੀ ਕਹਿੰਦੇ ਮਿਹਨਤ ਮਜ਼ਦੂਰੀ ਕਰੀ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰੀ, ਆਪਣੇ ਪਰਿਵਾਰ ਨੂੰ ਪਾਲੀ, ਮਾੜੇ ਕੰਮਾਂ ਦੇ ਵਿੱਚ ਨਾ ਬਣੀ। ਕਹਿੰਦੇ ਮੂਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਤੂੰ ਸਾਰੀ, ਹੁਣ ਨਾ ਇਹ ਜੇ ਕੰਮਾਂ ਦੇ ਵਿੱਚ ਦਲ ਦੇ ਵਿੱਚ ਬੜੀ। ਕਹਿਣ ਲੱਗੇ ਮਹਾਰਾਜ ਜੀ ਸਤ ਵਚਨ। ਹੁਣ ਮੁੱਲਾ ਦਿਹਾੜੀ ਕਰਦਾ, ਮਿਹਨਤ ਮਜ਼ਦੂਰੀ ਕਰਦਾ, ਦਿਹਾੜੀ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਤੇ ਗੁਰਮੁਖ ਪਿਆਰੇ ਥੋੜੇ ਥੋੜੇ ਪੈਸੇ ਜਮ੍ਹਾਂ ਕਰਦਾ ਗਿਆ। ਜਿਹੜੀ ਦੁਕਾਨ ਗਿਰਵੀ ਰੱਖੀ ਸੀ, ਗਹਿਣੇ ਕੀਤੀ ਸੀ, ਤਾਂ ਉਹ ਵੀ ਦੁਕਾਨ ਪੈਸੇ ਇਕੱਠੇ ਕਰਕੇ ਦੁਕਾਨ ਛਡਵਾਈ ਤੇ ਹੁਣ ਦੁਕਾਨ ਦੇ ਉੱਤੇ ਕੰਮ ਕਰਦਾ। ਮਹਾਰਾਜ ਜੀ ਨੇ ਕਿਹਾ ਸੀ, ਕਹਿੰਦੇ ਪੂਰਾ ਪੂਰਾ ਤੋਲਣਾ, ਘੱਟ ਨਹੀਂ ਕਿਸੇ ਨੂੰ ਤੋਲਣਾ, ਤੇਰੀ ਕਿਰਤ ਕਮਾਈਆਂ ਵਿੱਚ ਬਰਕਤਾਂ ਪੈਣਗੀਆਂ, ਸਤਨਾਮ ਦਾ ਜਾਪ ਕਰਦਾ ਰਹੀ। ਹੁਣ ਮੁੱਲੇ ਨੇ ਦੁਕਾਨ ਛਡਵਾਈ ਤੇ ਨਾਲ ਗੁਰਮੁਖ ਪਿਆਰਿਓ ਪੂਰਾ ਪੂਰਾ ਤੋਲਦਾ ਹੈ, ਏਰਾ ਫੇਰੀ ਨਹੀਂ ਕਿਸੇ ਨਾਲ ਕਰਦਾ ਤੇ ਸਤਨਾਮ ਦਾ ਜਾਪ ਕਰਦਾ। ਇੰਨਾ ਗਾਹਕ ਲੱਗ ਗਿਆ ਦੁਕਾਨ ਦੇ ਉੱਤੇ ਪੈਣ, ਫਿਰ ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਗਈ ਆ। ਜਦੋਂ ਦੁਕਾਨ ਦੇ ਉੱਤੇ ਗਾਹਕ ਪੈਣ ਲੱਗਿਆ, ਚਾਰ ਪੈਸੇ ਬਚਣ ਲੱਗੇ, ਜਿਹੜਾ ਗੁਰਮੁਖ ਪਿਆਰਿਓ ਮਹਿਲ ਜਿਹੜਾ ਗਿਰਵੀ ਰੱਖਿਆ ਸੀ ਉਹ ਵੀ ਆਪਣਾ ਛੁਡਾ ਲਿਆ। ਆਖੋ ਸਤਨਾਮ। ਸਪਰੀ ਚੋਂ ਫੇਰ ਮਹਿਲ 'ਚ ਚਲੇ ਗਏ। ਉਹਨਾਂ ਦਿਨਾਂ ਦੇ ਜਿਵੇਂ ਪਹਿਲਾਂ ਚੱਲਦੇ ਸੀ ਉਸੇ ਤਰ੍ਹਾਂ ਫੇਰ ਦਿਨ ਚੰਗੇ ਆਉਣ ਲੱਗੇ, ਉਸੇ ਤਰ੍ਹਾਂ ਫੇਰ ਬੜੀ ਚੜ੍ਹਤ ਹੋਣ ਲੱਗੀ। ਜਿਹੜੇ ਗੁਰਮੁਖ ਪਿਆਰਿਓ ਛੱਡ ਕੇ ਭੱਜੇ ਸੀ ਉਹ ਹੁਣ ਨੇੜੇ ਆਉਣ ਲੱਗੇ। ਫਿਰ ਮਹਾਰਾਜ ਜੀ ਕਹਿੰਦੇ ਵਿੱਚ ਸੁਖਾਂਦੇ ਸਾਰੀ ਦੁਨੀਆ ਨੇੜੇ ਹੋ ਬਹਿੰਦੀ, ਪਰਖੇ ਜਾਣ ਸੱਜਣੋ ਸਵੇਲੇ ਜਦੋਂ ਬਾਜੀ ਉਲਟੀ ਪੈਂਦੀ। ਜਦੋਂ ਬਾਜੀ ਉਲਟੀ ਪੈ ਗਈ ਸੀ ਨਾ, ਉਦੋਂ ਗੁਰਮੁਖ ਪਿਆਰਿਓ ਸਾਰੇ ਪਿੱਛੇ ਨੂੰ ਹਟਦੇ ਗਏ ਆ, ਸਾਰੇ ਖੇੜਾ ਛੱਡਦੇ ਗਏ ਸੀ ਮੂਲੇ ਦਾ। ਹੁਣ ਉਹੀ ਨੇ ਹੌਲੀ ਹੌਲੀ ਲਵੇ ਲੱਗਦੇ ਜਾਂਦੇ ਨੇ ਤੇ ਉਹਨਾਂ ਰੰਗਾਂ ਦੇ ਵਿੱਚ ਹੀ ਫੇਰ ਗੁਰਮੁਖ ਪਿਆਰਿਓ ਮੂਲਾ ਕੀਟ ਖੇਡਣ ਲੱਗਿਆ। ਬੜੀ ਫੇਰ ਚੜ੍ਹਾਈ ਹੋਈ। ਇਸ ਕਰਕੇ ਜਦੋਂ ਬੰਦਾ ਮਾੜੀ ਸੰਗਤ ਵਿੱਚ ਪੈ ਜਾਂਦਾ ਹੈ ਭਾਈ, ਫਿਰ ਉਹਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਗੁਰੂ ਦੀ ਸੰਗਤ ਵਿੱਚ ਅਸੀਂ ਜੁੜਾਂਗੇ, ਗੁਰੂ ਦੇ ਕੋਲ ਬੈਠਾਂਗੇ, ਗੁਰੂ ਦੀਆਂ ਗੱਲਾਂ ਬਾਤਾਂ ਵਿਚਾਰਾ ਸੁਣਾਂਗੇ, ਉਹਨਾਂ ਨੂੰ ਮੰਨਾਂਗੇ ਤੇ ਉਹਨਾਂ ਤੇ ਚੱਲਾਂਗੇ, ਫਿਰ ਗੁਰਮੁਖ ਪਿਆਰੇ ਚੰਗੇ ਦਿਨ ਆਉਣ ਨੂੰ ਦੇਰ ਨਹੀਂ ਲੱਗਦੀ। ਆਖੋ ਸਤਨਾਮ। ਇਸ ਕਰਕੇ ਭਾਈ ਆਓ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਤ ਸੰਗਤ ਕਰਿਆ ਕਰੋ, ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ, ਆਪ ਜੁੜੋ ਤੇ ਹੋਰਨਾਂ ਨੂੰ ਜੋੜੋ। ਜੁੜਨ ਵਰਗਾ ਇਦੋਂ ਵੱਡਾ ਕੋਈ ਪੁੰਨ ਨਹੀਂ। ਜੇ ਤੁਸੀਂ ਸੰਗਤ ਨੂੰ ਕਿਸੇ ਨੂੰ ਗੁਰੂ ਦੇ ਨਾਲ ਜੋੜਦੇ ਹੋ ਨਾ,
ਤੇ ਇਹ ਸਭ ਤੋਂ ਵੱਡਾ ਪੁੰਨ ਆ। ਜੇ ਗੁਰੂ ਦੇ ਨਾਲੋਂ ਤੋੜਦੇ ਹੋ ਤੇ ਇਹ ਸਭ ਤੋਂ ਵੱਡਾ ਪਾਪ ਹੈ। ਆਖੋ ਸਤਨਾਮ। ਇਦੋਂ ਵੱਡਾ ਕੋਈ ਪਾਪ ਨਹੀਂ। ਸੋ ਆਪ ਜੁੜੋ ਤੇ ਹੋਰਨਾਂ ਨੂੰ ਜੋੜੋ, ਸੇਵਾ ਕਰੋ, ਸਿਮਰਨ ਕਰੋ, ਆਪਣੇ ਮਨੁੱਖਾ ਜਨਮ ਨੂੰ ਭਾਈ ਸਫਲਾ ਬਣਾਉਣ ਦਾ ਯਤਨ ਕਰੋ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਲੰਮੇ ਸਮੇਂ ਤੋਂ ਗੁਰਬਾਣੀ ਦੀਆਂ ਵਿਚਾਰਾਂ, ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ। ਜੀ ਆਇਆਂ, ਧੰਨਵਾਦ। ਸੋ ਲਾਈਵ ਕਥਾ ਫੇਸਬੁੱਕ ਤੇ YouTube ਦੇ ਉੱਪਰ ਇਹ ਚੜ੍ਹ ਜਾਣੀ ਆ ਤੇ ਤੁਸੀਂ ਇਹ ਘਰਾਂ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ। ਜਿਹੜੀ ਇਹ ਕਥਾ ਚੱਲਦੀ ਆ ਨਾ ਹੁਣ, ਇਹ ਤੁਸੀਂ ਮੋਬਾਈਲ ਦੇ ਉੱਤੇ YouTube ਦੇ ਉੱਪਰ, ਫੇਸਬੁੱਕ ਦੇ, WhatsApp ਤੇ ਇਹ ਤੁਸੀਂ ਹੁਣ ਰੋਜ਼ ਇਸ ਤਰ੍ਹਾਂ ਵੀ ਸੁਣ ਸਕਦੇ ਹੋ ਬਾਅਦ ਦੇ ਵਿੱਚ। ਸੋ ਇਹ ਵੀ ਲਾਹੇ ਪ੍ਰਾਪਤ ਕਰਿਆ ਕਰੋ। ਆਓ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਾਰੀਆਂ ਦੇਖਦੀਆਂ ਨੇ, ਸਾਰੇ ਸੰਸਾਰ ਦੇ ਵਿੱਚ ਇਹ ਚੱਲਿਆ ਕਰੇਗਾ ਤੇ ਲਾਹੇ ਪ੍ਰਾਪਤ ਕਰਿਆ ਕਰੋ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ, ਦੇਖ ਤਾਂ ਨਹੀਂ ਆਈ ਹੈਗੀ। ਆਓ ਹੁਣ ਅਸੀਂ ਪੌੜੀਆਂ ਵਾਹਿਗੁਰੂ ਸ਼ਲੋਕ ਦੇ ਵਿੱਚ ਬੋਲ ਕੇ ਅਰਦਾਸ ਹੁਕਮਨਾਮਾ ਸਾਹਿਬ, ਫਿਰ ਪ੍ਰਸਾਦ ਲੈ ਕੇ ਆਪੋ ਆਪਣੇ ਘਰੋਂ ਵਿਹਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖਿਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖੇ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।